पर पेड़ के उत्ते 120 रुपये सबसिडी दी जाती है। तो माड़ी वरायटी होवे ते जिमींदार की मेहनत के उत्ते पानी फिर जाता है। ਇਹਦਾ ਫਿਰ ਕੀ ਕੰਮ ਹੈ? ਇਹ ਕਿਹੜਾ ਪਹਿਲੀ ਗੱਲ ਤਾਂ ਜੀ ਵੈਰਾਈਟੀ ਕਿਹੜੀ ਹੈ, ਕਿਉਂਕਿ ਬਾਂਸ ਦੀਆਂ ਵੀ ਬਹੁਤ ਵੈਰਾਈਟੀ। हाँ वरायटियाँ बहुत ने। ये कोई पेड़ होना 2 फुट का, कोई 5 का, कोई 10 का, कोई 20 का, कोई 40 का। जो व्यापारी ने आना आ, जोड़ा पेड़ उन्होंने मतलब का काम का उन्हें वही कट्टना, दूजे नहीं छेड़ना। ਤੁਸੀਂ ਦੱਸੋ ਇਹ ਪਹਿਲਾਂ ਕਾਗਜ਼ ਸਰਕਾਰ ਨੂੰ ਫਿਰ ਬਾਹਰੋਂ ਲੈਣਾ ਪਿਆ? हाँ जी हाँ जी हाँ जी। ਫਿਰ ਸਰਕਾਰ ਇਹ 2 साल पहलों सरकार ਨੂੰ कागज़ की लोड़ सी ते बाहरों विदेश चों लिआंदा सी। इत्थों पैक हो के और वो फिर दिल्ली जाता आ, जिहड़ी रिजर्व बैंक आ, रिजर्व बैंक दे विच ਕਾਗਜ਼ ਆ, ਕਿਉਂਕਿ ਨੋਟ ਬਣਦੇ ਤਾਂ ਕਾਗਜ਼ ਤੋਂ ਹੀ ਆ, ਤੇ ਕਾਗਜ਼ ਤੂੜੀ ਤੋਂ ਵੀ ਤਿਆਰ ਹੋ ਜਾਂਦਾ, ਕਾਗਜ਼ ਸਫੈਦਿਆਂ ਤੋਂ ਵੀ ਤਿਆਰ ਹੋ ਜਾਂਦਾ, ਪਰ ਜਿਹੜਾ ਇਹ ਸਪੈਸ਼ਲ ਕਾਗਜ਼ ਇਹ ਸਪੈਸ਼ਲ ਕਾਗਜ਼ ਕਿਉਂਕਿ ਕਾਫੀ ਟਾਈਮ ਖਰਾਬ ਨਹੀਂ ਹੁੰਦਾ। ਇਹਦੇ ਵਿੱਚੋਂ ਤੇ ਅਚਾਰ ਬਣਦਾ, ਮੁਰੱਬਾ ਬਣਦਾ ਆ, ਅਗਰਬੱਤੀ ਬਣਦੀ ਆ, ਸਰੀਆ ਆਪਾਂ ਛੱਤਾਂ ਪਾਉਨੇ ਆ। ਇਹਦੀ ਉਮਰ ਜਿਹੜੀ ਆ ਇੰਜੀਨੀਅਰ ਦੇ ਦੁਆਰਾ 90 ਸਾਲ ਮੰਨੀ ਗਈ, 100 ਵੀ ਨਹੀਂ ਪੂਰਾ। ਤੇ ਇਹ ਜਿਹੜਾ ਵਾਂਸ ਦੀ ਛੱਤ ਆ ਉਹਦੀ ਉਮਰ ਲਗਭਗ 150 ਸਾਲ ਮੰਨੀ ਗਈ, ਮਤਲਬ ਸਰੀਏ ਨਾਲੋਂ ਵੀ ਵੱਧ ਉਮਰ ਆ। ਇਹਦਾ ਟੈਂਪਰੇਚਰ ਦੇ ਨਾਲ ਕੋਈ ਸੰਬੰਧ ਨਹੀਂ ਆ, ਟੈਂਪਰੇਚਰ ਵੱਧ ਹੋਵੇ ਘੱਟ ਹੋਵੇ, ਸਿਰਫ ਸਵਾਲ ਇਸ ਗੱਲ ਦਾ ਵੀ ਇਹਨੂੰ ਥੋੜੀ ਜਿਹੀ ਮਿੱਟੀ ਟਾਈਟ ਹੋਵੇ ਤੇ ਪਾਣੀ ਦਾ ਇੰਤਜ਼ਾਮ ਹੋਵੇ। ਮਿੱਟੀ ਕਾਲੀ ਹੋਵੇ, ਪੀਲੀ ਹੋਵੇ, ਦੁਮਟ ਹੋਵੇ, ਜਿਸ ਤਰ੍ਹਾਂ ਦੀ ਵੀ ਮਿੱਟੀ ਹੋਵੇ, ਇਹ ਹਰ ਮਿੱਟੀ ਦੇ ਵਿੱਚ ਜਿਹੜਾ ਆ ਆਪਣੀ ਜੜ ਫੜ ਲੈਂਦਾ ਆ। ਜਿਹੜਾ ਸਾਈਡਾਂ ਤੇ ਲਾਉਣਾ ਆ ਉਹ ਥੋੜਾ ਸੰਘਣਾ ਲਾਉਂਦੇ, ਜਿਹਦੇ ਨਾਲ ਸਾਡੇ ਖੇਤ ਦੀ ਸੇਫਟੀ ਵੀ ਹੋ ਜਾਵੇ। ਉਹਨੇ ਫਿਰ ਇੱਕ ਕੰਧ ਵਰਗੋਂ ਕੰਧ ਬਣਾ ਲੈਣੀ ਆ, ਤਾਰ ਫੈਂਸਿੰਗ ਕਰਨ ਦੀ ਲੋੜ ਨਹੀਂ ਆ। 1 ਕਿੱਲੇ ਦੇ ਕਿੰਨੇ ਰੁਪਏ ਜਿਹੜਾ ਹੈ ਕਮਾ ਸਕਦਾ ਜੇਕਰ ਬੰਦੇ ਨੇ ਕਿਸੇ ਨੇ ਵੇਚ ਆਪਦੇ ਖੇਤ ਚਲਾਉਣੇ ਹੁੰਦੇ ਉਹਨੂੰ? ਹਾਂ, ਖੇਤ ਚਲਾਉਣੇ ਤੋਂ ਫਿਰ ਸਰਕਾਰ ਦੀਆਂ ਸਕੀਮਾਂ ਦੇ ਤਹਿਤ ਉਹ ਆਪਣੀ ਲਾਭ ਲੈ ਸਕਦਾ। ਉਹਨੂੰ ਇਹ ਜਿਹੜਾ ਵਾਂਸ ਆ ਇਹ ਜੰਗਲਾਤ ਮਹਿਕਮੇ ਨਾਲ ਸੰਬੰਧ ਕਰਨਾ ਪਊ। 4-5 ਜ਼ਿਲ੍ਹਿਆਂ ਨੂੰ ਮੈਂ 10 ਲੱਖ ਪੇੜ ਦੇਣਾ ਸੀ, ਮੈਨੂੰ ਜਿਹੜਾ ਸਰਕਾਰ ਨੇ ਅਧਿਕ੍ਰਿਤ ਕੀਤਾ ਆ। ਇੱਕ ਪੇੜ ਬੀਜ ਤੋਂ ਤਿਆਰ ਕੀਤਾ ਜਾਂਦਾ, ਇੱਕ ਪੇੜ ਜੜ ਤੋਂ ਤਿਆਰ ਕੀਤਾ ਜਾਂਦਾ, ਤੇ ਇੱਕ ਪੇੜ ਅੰਸ਼ ਤੋਂ ਤਿਆਰ ਕੀਤਾ ਜਾਂਦਾ ਆ। ਇਹ ਲੇਬ ਦੇ ਵਿੱਚ ਕੱਚ ਦੀਆਂ ਬੋਤਲਾਂ ਦੇ ਵਿੱਚ ਇਹਨੂੰ ਤਿਆਰ ਕੀਤਾ ਜਾਂਦਾ, ਬਹੁਤ ਹੀ ਸਾਵਧਾਨੀ ਦੇ ਨਾਲ। ਲੋਕ ਇਹ ਮੰਨਦੇ ਆ ਵੀ ਜਿੰਨਾ ਜਿਹੜਾ ਬਾਂਸ ਆ ਵੀ ਜਦੋਂ ਉੱਗਦਾ ਪਹਿਲਾਂ ਜੜਾਂ ਬਹੁਤ ਧਰਤੀ ਜਾਂਦੀਆਂ, ਫਿਰ 10 ਸਾਲਾਂ ਬਾਅਦ ਉੱਗਦਾ, ਤੇ ਇਹ ਵੀ ਉਵੇਂ ਉੱਗਦਾ। ਤੇ ਨਹੀਂ, ਇਹਦੇ ਵੇਚਣ ਦੀਆਂ 2 ਤਰੀਕੇ ਨੇ। ਜਿਹੜਾ ਸਰਕਾਰ ਨੇ ਲੈਣਾ, ਸਰਕਾਰ ਨੇ ਤੇ ਇਹਨੂੰ ਤੋਲ ਦੇ ਨਾਲ ਲੈਣਾ ਆ, ਕੁਆਂਟਲਾਂ ਦੇ ਹਿਸਾਬ ਨਾਲ ਜਾਂ ਟੰਨਾਂ ਨਾਲ। ਜਿਹੜਾ ਦੂਸਰੇ ਵਪਾਰੀਆਂ ਨੇ ਲੈਣਾ ਆ, ਉਹਨਾਂ ਨੇ ਇਹਨੂੰ ਨਗਾਂ ਦੇ ਹਿਸਾਬ ਨਾਲ ਲੈਣਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਹਲੀ ਤੇ ਇਸ ਵਕਤ ਮੌਜੂਦ ਹਾਂ ਮੱਧ ਪ੍ਰਦੇਸ਼ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ ਆਪਾਂ ਪਹੁੰਚੇ ਅੱਜ ਸਰਦਾਰ ਕਰਮ ਸਿੰਘ ਸਰਪੰਚ ਦੇ ਘਰ, ਜਿਹੜੇ ਕਿ ਇੱਥੋਂ ਦੇ ਅਗਾਂਹ ਵਧੂ ਕਿਸਾਨ ਨੇ, ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਦੀ ਗਵਰਨਮੈਂਟ ਨੇ ਜਿਹੜਾ ਹੈਗਾ ਅਗਾਂਹ ਵਧੂ ਕਿਸਾਨ ਸ਼ੋਪਰ ਦੇ ਹੁਣ ਜ਼ਿਲ੍ਹੇ ਦੇ ਹੁਣ ਕਰਕੇ ਜਿਹੜਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਇਹਨਾਂ ਦਾ ਮੇਨ ਕੰਮ ਹੈ ਨਰਸਰੀ ਦੇ ਵਿੱਚ ਪਲਾਂਟੇਸ਼ਨ ਕਰਨੇ, ਜਿਨ੍ਹਾਂ ਦੇ ਬੂਟੇ ਹੈ ਜਿਹੜਾ ਹੈਗਾ ਪੰਜਾਬ ਤੱਕ ਜਾਂ ਹੋਰ ਸਟੇਟਾਂ ਤੱਕ ਵੀ ਜਾਂਦੇ, ਗੌਰਮੈਂਟ ਨੂੰ ਵੀ ਦਿੰਦੇ ਨੇ। ਅੱਜ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਸਭ ਤੋਂ ਵੱਡੀ, ਕਿ ਜਿਹੜਾ ਇਹ ਸਾਰੇ ਪਲਾਂਟ ਆ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਆ, ਜਾਂ ਮੈਂ ਕਰਾਂ ਤਾਂ ਇਹ ਜਿਹੜਾ ਆਹ ਪਲਾਂਟ ਆ ਨਾ, ਇਹਦਾ ਕਹਿੰਦੇ ਜਿਹੜਾ ਹੈਗਾ ਨੋਟਾਂ ਵਾਲਾ ਕਾਗਜ਼ ਬਣਦਾ। ਮਤਲਬ ਕਿ ਨੋਟ ਆ ਜਿਹੜੇ ਉਹ ਇਸ ਪਲਾਂਟ ਦੇ ਬਣਦੇ, ਇਹਨੂੰ ਬਾਂਸ ਕਹਿੰਦੇ ਆ, ਹੈ ਨਾ। ਅਤੇ ਦੂਜੀ ਗੱਲ ਆਪਾਂ ਇਹਨਾਂ ਤੋਂ 2-3 ਜਾਣਕਾਰੀਆਂ ਲੈਣੀਆਂ। ਤਾਂ ਇੱਕ ਤਾਂ ਇਹ ਹੈ ਵੀ ਜਿਹੜਾ ਨੋਟਾਂ ਵਾਲਾ ਕਾਗਜ਼ ਆ, ਠੀਕ ਆ, ਉਹ ਕਹਿੰਦੇ ਵੀ ਇਹਨਾਂ ਦਾ ਇਸ ਬਾਂਸ ਦਾ ਹੀ ਬਣਦਾ। ਦੂਜਾ ਆਪਾਂ ਇੱਕ ਵੀਡੀਓ ਪਹਿਲਾਂ ਕਾਫੀ ਟਾਈਮ ਪਹਿਲਾਂ ਦੇਖੀ ਸੀਗੀ, ਕਿ ਸ਼ਾਇਦ ਬੜੀ ਵਾਇਰਲ ਵੀ ਹੋਈ ਸੀ, ਕਿ ਕੋਈ ਬੰਦਾ ਜਿਹੜਾ ਹੈਗਾ ਬਾਂਸ ਦੀ ਛੱਤ ਪਾਈ ਜਾਂਦਾ, ਹੈ ਨਾ, ਅਤੇ ਮੰਨ ਲਓ ਵੀ ਸਰਗੇ ਦੀ ਥਾਂ 'ਤੇ ਉਹਨਾਂ ਨੇ ਬਾਂਸ ਵਰਤਿਆ, ਹੈ। ਬਹੁਤਿਆਂ ਨੂੰ ਸੀਗਾ ਕਿ ਬਾਂਸ ਦੀ ਛੱਤ ਪਾਈ ਹੈ ਅਤੇ ਨਾਲ ਦੀ ਨਾਲ ਹੀ ਡਿੱਗ ਪੈਣੀ ਹੈ ਨਾ। ਤਾਂ ਪਰ ਕਾਰਨ ਕੀ ਹੈ? ਉਹ ਬਾਂਸ ਆ ਜਿਹੜਾ ਉਹ ਸਰਗੇ ਤੋਂ ਵੀ ਮਜ਼ਬੂਤ ਹੁੰਦਾ। ਤਾਂ ਸੋ ਇਹ ਬਾਂਸ ਦੀਆਂ ਅੱਡ ਵਰਾਇਟੀਆਂ, ਕੀ ਇਹ ਪੰਜਾਬ ਜਾਂ ਹਰਿਆਣਾ ਰਾਜਸਥਾਨ 'ਚ ਵੀ ਲੱਗ ਸਕਦਾ ਜਾਂ ਇਕੱਲਾ ਯੂਪੀ 'ਚ ਲੱਗਦਾ? ਬੜੀ ਰਿਸਰਚ ਤੋਂ ਬਾਅਦ ਇਹਨਾਂ ਨਾਲ ਜਿਹੜਾ ਹੈਗਾ ਇਹ ਸਾਰੇ ਦੀ ਸਾਰਾ ਕਾਸ਼ਤਕਾਰ ਕਰਨੀ ਸ਼ੁਰੂ ਕੀਤੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਹੋਰ ਵੀ ਜਾਣਕਾਰੀ ਲਵਾਂਗੇ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ। ਸੋ ਸਰਪੰਚ ਸਾਹਿਬ, ਪਹਿਲਾਂ ਜਿਹੜਾ ਇਹ ਬਾਂਸ ਆ, ਹੈ ਨਾ, ਜਿਹਦਾ ਤੁਹਾਡੇ ਕੋਲ ਕਾਫੀ ਬੂਟਾ, ਪਹਿਲਾਂ ਤਾਂ ਤੁਸੀਂ ਥੋੜ੍ਹਾ ਆਪਦੇ ਬਾਰੇ ਦੱਸੋ ਵੀ ਜਿਹੜਾ ਹੈ ਤੁਸੀਂ ਜਿਵੇਂ ਦੱਸ ਰਹੇ ਸੀਗੇ ਕਿ ਮੱਧ ਪ੍ਰਦੇਸ਼ ਗੌਰਮੈਂਟ ਨੂੰ ਵੀ ਤੁਸੀਂ ਜਿਹੜਾ ਹੈਗਾ ਬੂਟੇ ਸਪਲਾਈ ਕਰਦੇ ਹੋ। ਆਹ ਖਾਸ ਕਰਕੇ ਬਾਂਸ ਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਵੀ ਇਹਦਾ ਕਿਹੜੀ ਵਰਾਇਟੀ ਹੈ, ਕੀ ਇਹ ਗੱਲ ਸੱਚੀ ਹੈ ਕਿ ਇਹਦਾ ਹੀ ਜਿਹੜਾ ਹੈਗਾ ਆਪਾਂ ਕਹਿੰਦੇ ਨੋਟਾਂ ਵਾਲਾ ਕਾਗਜ਼ ਬਣਦਾ? ਹਾਂਜੀ, ਇਸ ਤਰ੍ਹਾਂ ਆ ਬਈ, ਇਹ ਜਿਹੜਾ ਵਾਂਸ ਹੈ ਨਾ, ਇਹ ਸਰਕਾਰ ਨੇ, ਭਾਰਤ ਸਰਕਾਰ ਨੇ ਇਹਨੂੰ ਬੰਬੂ ਮਿਸ਼ਨ ਦੇ ਵਿੱਚ ਲਿਆ ਆ।
ਬੰਬੂ ਮਿਸ਼ਨ ਦਾ ਮਤਲਬ ਇਹ ਹੁੰਦਾ ਬਹੁਤ ਵੱਡਾ ਜਿਹੜਾ ਅਮਾਉਂਟ ਸਰਕਾਰ ਦਿੰਦੀ ਆ ਕਿਸਾਨਾਂ ਦੀ ਸਬਸਿਡੀ ਵਾਸਤੇ। ਉਹ ਸਬਸਿਡੀ ਜਿਹੜੀ ਆ ਕਿਸਾਨ ਨੂੰ ਇਹ ਪਰ ਪੇੜ ਦੇ ਉੱਤੇ 120 ਰੁਪਏ ਸਬਸਿਡੀ ਦਿੱਤੀ ਜਾਂਦੀ ਆ। ਇਹ ਸਬਸਿਡੀ ਇਸ ਕਰਕੇ ਦਿੱਤੀ ਜਾਂਦੀ ਆ ਵੀ ਜਿਹੜੇ ਛੋਟੇ ਕਿਸਾਨ ਆ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਵੀ ਉਹ ਪੈਸਾ ਆਪਣੀ ਜੇਬ ਚੋਂ ਲਾ ਕੇ ਤੇ ਪਲਾਂਟ ਖੜਾ ਕਰ ਦੇਣ। ਸਰਕਾਰ ਉਹਨਾਂ ਨੂੰ ਸਹਾਇਤਾ ਦੇ ਰਹੀ ਆ ਵੀ 120 ਰੁਪਏ ਅਸੀਂ ਪੇੜ ਦੀ ਲਾਗਤ ਦੇਵਾਂਗੇ ਤੇ ਰੱਖ ਰਖਾਓ ਉਹਦਾ ਜ਼ਿਮੀਂਦਾਰ ਕਰ ਲਵੇ। ਤੇ ਮੇਨ ਮਕਸਦ ਸਰਕਾਰ ਦਾ ਇਹ ਪੂਰੇ ਭਾਰਤ ਦੇ ਵਿੱਚ ਬੰਬੂ ਮਿਸ਼ਨ ਚੱਲਿਆ, ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਆ ਅਸਾਂ ਇਸ ਪ੍ਰੋਜੈਕਟ ਨੂੰ ਲਿਆ। ਸਰਕਾਰ ਕੀ ਕਰਦੀ ਆ, ਜਿਹੜੀਆਂ 5 ਸਟਾਰ 2 ਸਟਾਰ 3 ਸਟਾਰ ਨਰਸਰੀਆਂ ਹੁੰਦੀਆਂ ਉਹਨਾਂ ਨੂੰ ਅਧਿਕ੍ਰਿਤ ਕਰਦੀ ਆ। ਪੇੜ ਉਹਨਾਂ ਦੇ ਲੈਣੇ ਆ, ਦੂਜੀ ਨਰਸਰੀ ਤੋਂ ਛੋਟੀ ਤੋਂ ਨਹੀਂ ਲੈਣੇ, ਕਿਉਂਕਿ ਉਹ ਪ੍ਰਮਾਣਿਤ ਪੇੜ ਹੁੰਦੇ, ਲੇਬ ਦੇ ਵਿੱਚ ਤਿਆਰ ਹੁੰਦੇ, ਗਰੰਟਿਡ ਪੇੜ ਹੁੰਦੇ ਨੇ। ਕਿਉਂਕਿ ਵੈਰਾਈਟੀ ਦੇ ਉੱਤੇ ਹੀ ਡਿਪੈਂਡ ਕਰਦਾ ਹੈ। ਤੁਸੀਂ ਸਾਰੇ ਜਾਣਦੇ ਵੀ ਮਾੜੀ ਵੈਰਾਈਟੀ ਹੋਵੇ ਤੇ ਜ਼ਿਮੀਂਦਾਰ ਦੀ ਮਿਹਨਤ ਦੇ ਉੱਤੇ ਪਾਣੀ ਫਿਰ ਜਾਂਦਾ ਆ। ਇਸ ਕਰਕੇ ਚੰਗੀਆਂ ਵੈਰਾਈਟੀਆਂ ਤਿਆਰ ਕਰਕੇ ਸਾਇੰਟਿਸਟਾਂ ਦੁਆਰਾ ਇਹਨੂੰ ਤੇ ਉਹਦੇ ਤੋਂ ਬਾਅਦ ਰਿਸਰਚ ਕਰਨ ਤੋਂ ਬਾਅਦ ਇਹਨੂੰ ਫਿਰ ਸਰਕਾਰ ਨੇ ਜ਼ਮੀਨ ਦੇ ਉੱਤੇ ਉਤਾਰਿਆ। ਤੁਸੀਂ ਕਿੰਨੇ ਜਿਹੜੇ ਹੈਗੇ ਪੌਦੇ ਜਿਹੜੇ ਗਵਰਨਮੈਂਟ ਨੂੰ ਦੇਣੇ ਜਾਂ ਇਹ ਗਵਰਨਮੈਂਟ ਨੂੰ ਸ਼ੋਪਰ ਜ਼ਿਲ੍ਹੇ ਨੂੰ 1,26,000 ਪੇੜ ਦੇਣਾ ਆ ਤੇ ਗਵਾਲੀਅਰ ਸੰਭਾਗ ਦਾ ਮੇਰੇ ਕੋਲ ਟੈਂਡਰ ਆ ਪੂਰੇ ਦਾ, ਜਿਹਦੇ ਵਿੱਚ 4-5 ਜ਼ਿਲ੍ਹੇ ਆਉਂਦੇ ਨੇ। 4-5 ਜ਼ਿਲ੍ਹਿਆਂ ਨੂੰ ਮੈਂ 10 ਲੱਖ ਪੇੜ ਦੇਣਾ ਸੀ ਮੈਨੂੰ, ਜਿਹੜਾ ਸਰਕਾਰ ਨੇ ਅਧਿਕ੍ਰਿਤ ਕੀਤਾ ਆ। ਉਹਦੇ ਚੋਂ 10 ਲੱਖ ਕੱਲਾ ਇਹੀ ਬਾਂਸ ਹੀ ਦੇਣਾ? ਹਾਂ, ਬਾਂਸ ਹੀ ਕੱਲਾ। ਸੋ 10 ਲੱਖ ਬਾਂਸ ਦਾ ਜਿਹੜਾ ਪੇੜ ਦੇਣਾ। ਕੀ ਇਹਦਾ ਫਿਰ ਕੀ ਕੰਮ ਹੈ? ਇਹ ਕਿਹੜਾ, ਪਹਿਲੀ ਗੱਲ ਤਾਂ ਇਹਦੀ ਵੈਰਾਈਟੀ ਕਿਹੜੀ ਹੈ? ਕਿਉਂਕਿ ਬਾਂਸ ਦੀਆਂ ਵੀ ਬਹੁਤ ਵੈਰਾਈਟੀਆਂ। ਹਾਂ, ਵੈਰਾਈਟੀਆਂ ਬਹੁਤ ਨੇ, ਬਿਲਕੁਲ ਠੀਕ ਪ੍ਰਸ਼ਨ ਤੁਸੀਂ ਕੀਤਾ। ਇਹਦੀਆਂ ਵੈਰਾਈਟੀਆਂ 6-7 ਨੇ। ਇਹ ਜਿਹੜਾ ਆਪਣੇ ਵਾਲਾ ਆ ਇਹਦਾ ਵੈਰਾਈਟੀ ਦਾ ਨਾਮ ਬਾਲਕੋਆ ਆ। ਬਾਲਕੋਆ ਵੈਰਾਈਟੀ ਆ। ਬਾਲਕੋਆ ਵੈਰਾਈਟੀ ਜਿਹੜੀ ਆ, ਇਹ ਬਾਲਕੋਆ ਤੋਂ ਇਲਾਵਾ 3 ਵਿਧੀਆਂ ਦੇ ਨਾਲ ਪੇੜ ਤਿਆਰ ਕੀਤਾ ਜਾਂਦਾ ਆ। ਇੱਕ ਪੇੜ ਬੀਜ ਤੋਂ ਤਿਆਰ ਕੀਤਾ ਜਾਂਦਾ, ਇੱਕ ਪੇੜ ਜੜ ਤੋਂ ਤਿਆਰ ਕੀਤਾ ਜਾਂਦਾ ਤੇ ਇੱਕ ਪੇੜ ਅੰਸ਼ ਤੋਂ ਤਿਆਰ ਕੀਤਾ ਜਾਂਦਾ ਆ। ਸਭ ਤੋਂ ਵਧੀਆ ਜਿਹੜਾ ਅੰਸ਼ ਤੋਂ ਲੇਬ ਦੇ ਵਿੱਚ ਤਿਆਰ ਹੁੰਦਾ, ਜਿਹਨੂੰ ਟਿਸ਼ੂ ਕਲਚਰ ਕਿਹਾ ਜਾਂਦਾ ਆ, ਇਹ ਉਹ ਟਿਸ਼ੂ ਕਲਚਰ ਵੈਰਾਈਟੀ ਆ। ਟਿਸ਼ੂ ਕਲਚਰ ਜਿਹੜੀ ਵੈਰਾਈਟੀ ਆ, ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਾਇਰਸ ਫੰਗੀਸਾਈਡ ਨਹੀਂ ਹੁੰਦਾ, ਕਿਉਂਕਿ ਇਹ ਲੇਬ ਦੇ ਵਿੱਚ ਕੱਚ ਦੀਆਂ ਬੋਤਲਾਂ ਦੇ ਵਿੱਚ ਇਹਨੂੰ ਤਿਆਰ ਕੀਤਾ ਜਾਂਦਾ ਬਹੁਤ ਹੀ ਸਾਵਧਾਨੀ ਦੇ ਨਾਲ। ਤੁਸੀਂ ਲੇਬ ਦੇ ਵਿੱਚ ਜਾਓਗੇ ਤੇ ਤੁਹਾਡੇ ਕੱਪੜੇ ਚੇਂਜ ਕਰਾ ਕੇ, ਸੈਨੀਟਾਈਜ਼ਰ ਕਰਾ ਕੇ, ਸਾਰਾ ਮੂੰਹ ਲਪੇਟ ਕੇ ਤੇ ਤਾਂ ਅੰਦਰ ਉਹਦੇ ਪ੍ਰਵੇਸ਼ ਹੋਣਾ ਹੈ। ਇੰਨੀ ਇਹ ਸੇਫਟੀ ਨਾਲ ਤਿਆਰ ਕੀਤਾ ਜਾਂਦਾ ਆ। ਸੋ ਇਹਦਾ ਜਦੋਂ ਮੰਨ ਲਓ ਇਹ ਤਿਆਰੀ ਦਾ ਪ੍ਰੋਸੈਸ ਹੈ ਨਾ, ਵੈਸੇ ਲੋਕ ਇਹ ਮੰਨਦੇ ਆ ਵੀ ਜਿੰਨਾ ਜਿਹੜਾ ਬਾਂਸ ਆ ਵੀ ਜਦੋਂ ਉੱਗਦਾ ਪਹਿਲਾਂ ਜੜਾਂ ਬਹੁਤ ਧਰਤੀ ਜਾਂਦੀਆਂ, ਫਿਰ 10 ਸਾਲਾਂ ਬਾਅਦ ਉੱਗਦਾ, ਤੇ ਇਹ ਵੀ ਉਵੇਂ ਉੱਗਦਾ ਤੇ ਸਹੀ ਉੱਗਦਾ? ਨਹੀਂ, ਇਹਦਾ ਇਸ ਤਰ੍ਹਾਂ ਆ ਵੀ ਇਹ ਜਿਹੜੇ ਪੇੜ ਅਸਾਂ ਦਿੰਨੇ ਆ, ਇਸ ਪੇੜ ਨੇ 1 ਸਾਲ ਦੇ ਵਿੱਚ 10 ਤੋਂ 12 ਫੁੱਟ ਹਾਈਟ ਲੈ ਜਾਣੀ। ਇੰਨਾ ਫਾਸਟ ਇਹਨੇ ਚੱਲਣਾ ਹੈ 1 ਸਾਲ 'ਚ। 1 ਸਾਲ 'ਚ। ਤੇ ਚੌਥੇ ਸਾਲ ਦੇ ਵਿੱਚ ਇਹਦੀ ਕਟਾਈ ਸ਼ੁਰੂ ਹੋ ਜਾਣੀ ਆ। ਤੇ ਮੰਨ ਲਾ ਫਿਰ ਕਟਾਈ ਦਾ ਫਿਰ 12 ਚੌਂ 48 ਫੁੱਟ ਚੱਲ ਜਾਣਾ? ਹਾਂ, ਬਿਲਕੁਲ 48। ਇਹ 60 ਫੁੱਟ ਤੱਕ ਵੀ ਚਲੇ ਜਾਂਦਾ ਆ 4 ਸਾਲਾਂ 'ਚ। ਨਾ 4 ਸਾਲਾਂ 'ਚ ਨਹੀਂ, ਜਿਵੇਂ ਜਿਵੇਂ ਦੀ ਉਮਰ ਵੱਧਦੀ ਗਈ। ਔਰ 30 ਸਾਲ ਤੱਕ ਇਹ ਜਿਹੜਾ ਆ ਇਹਨੇ ਆਪਾਂ ਨੂੰ ਪੈਦਾ ਦੇਣੀ ਆ। ਮੰਨ ਲਾ ਇਹ ਫਿਰ ਇਹ ਆ ਵੀ ਤੁਸੀਂ ਕਹਿੰਦੇ ਵੀ ਇਹ ਜਦੋਂ ਇੱਕ ਵਾਰੀ ਮੰਨ ਲਓ ਆਪਾਂ ਕਿ ਇਹ ਬਾਂਸ ਲਾਤਾ ਜ਼ਮੀਨ ਦੇ ਵਿੱਚ, ਤਾਂ ਉਸ ਤੋਂ ਬਾਅਦ ਇਹ 4 ਸਾਲਾਂ ਬਾਅਦ ਕੱਟਣਾ ਸ਼ੁਰੂ ਹੁੰਦਾ, ਫਿਰ ਹਰ ਸਾਲ ਕੱਟਿਆ ਜਾਏ? ਹਾਂ, ਹਰ ਸਾਲ। ਇਹਦੇ 'ਚ ਕੋਈ ਪੇੜ ਹੋਣਾ 2 ਫੁੱਟ ਦਾ, ਕੋਈ 5 ਦਾ, ਕੋਈ 10 ਦਾ, ਕੋਈ 20 ਦਾ, ਕੋਈ 40 ਦਾ। ਜਦੋਂ ਵਪਾਰੀ ਨੇ ਆਉਣਾ ਆ, ਜਿਹੜਾ ਪੇੜ ਉਹਨਾਂ ਦੇ ਮਤਲਬ ਦਾ ਕੰਮ ਦਾ ਉਹਨਾਂ ਉਹ ਹੀ ਕੱਟਣਾ, ਦੂਜੇ ਨੂੰ ਨਹੀਂ ਛੇੜਨਾ। ਉਹ ਫਿਰ ਦੂਜੇ ਰਾਊਂਡ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੰਨਾ ਵੜਦੇ ਆ, ਇਸ ਤਰ੍ਹਾਂ ਉਹਦੀ ਕਟਾਈ ਹੁੰਦੀ ਰਹਿਣੀ ਆ। ਇਹਦੇ ਵੇਚਣ ਦੀਆਂ 2 ਤਰੀਕੇ ਨੇ। ਜਿਹੜਾ ਸਰਕਾਰ ਨੇ ਲੈਣਾ, ਸਰਕਾਰ ਨੇ ਤੇ ਇਹਨੂੰ ਤੋਲ ਦੇ ਨਾਲ ਲੈਣਾ ਆ, ਕੁਆਂਟਲਾਂ ਦੇ ਹਿਸਾਬ ਨਾਲ ਜਾਂ ਟੰਨਾਂ ਨਾਲ। ਜਿਹੜਾ ਦੂਸਰੇ ਵਪਾਰੀਆਂ ਨੇ ਲੈਣਾ ਆ, ਉਹਨਾਂ ਨੇ ਇਹਨੂੰ ਨਗਾਂ ਦੇ ਹਿਸਾਬ ਨਾਲ ਲੈਣਾ। ਉਹਨਾਂ ਦੇ ਜਿਹੜੇ ਟੈਕਨੀਕਲ ਬੰਦੇ ਆਉਣੇ ਆ, ਉਹਨਾਂ ਦੀ ਇੰਨੀ ਨਜ਼ਰ ਤੇਜ਼ ਆ ਵੀ ਉਹਨਾਂ ਜਿਹੜਾ ਗੱਠਾ ਬੰਨਣਾ 5 ਪੇੜਾਂ ਦਾ, ਉਹ ਬਿਲਕੁਲ ਇੱਕ ਸਾਈਜ਼ ਦੀ ਮੋਟਾਈ ਹੋਊ। ਜੇ ਤੋਲੋਗੇ ਵੀ ਤੇ ਲਗਭਗ ਸੇਮ weight ਨਿਕਲੂਗਾ। ਇੰਨਾ ਉਹਨਾਂ ਨੂੰ ਤਜਰਬਾ ਆ। ਉਹਨਾਂ ਨੇ ਫਿਰ 5 ਪੇੜਾਂ ਦੇ ਜਿਹੜੇ ਗੱਠੇ ਬੰਨ੍ਹ ਕੇ ਤੇ ਉਹ ਜ਼ਿਮੀਂਦਾਰ ਨੂੰ ਗਣਾ ਦੇਣੇ ਆ ਤੇ ਉਹ ਪੇਮੈਂਟ ਦੇ ਦੇਣਾ ਉਹਨਾਂ ਨਗਾਂ ਦੇ ਨਾਲ। ਜਿਹੜਾ ਸਰਕਾਰ ਨੇ ਲੈਣਾ, ਸਰਕਾਰ ਨੇ ਤੋਲ ਦੇ ਨਾਲ ਲੈਣਾ, ਸਰਕਾਰ ਨਗਾਂ ਨਾਲ ਨਹੀਂ ਲੈਂਦੀ। ਫਾਇਦਾ ਕਿਹੜੇ 'ਚ ਹੁੰਦਾ ਫਿਰ? ਫਾਇਦਾ ਦੋਵਾਂ 'ਚ, ਜਿਹਦੇ 'ਚ ਹੀ ਹੋਵੇ। ਦੋਵੇਂ ਮਾਰਕੀਟਾਂ ਛੂਟ ਆ ਸਰਕਾਰ ਨੇ ਦਿੱਤੀ। ਤੇ ਸਰਕਾਰ ਦਾ ਜਿਹੜਾ ਇਹਨਾਂ ਦੇ ਜਿਹੜੇ ਨੋਟ ਆ, ਮਾੜਾ ਥੋੜਾ ਆਪਾਂ ਕਿਉਂਕਿ ਜ਼ਿਆਦਾ ਲੋਕਾਂ ਨੂੰ ਕਿਉਰਿਓਸਿਟੀ ਹੁੰਦੀ ਹੈ ਵੀ ਜਿੰਨਾ ਕਿਹੜੀ ਚੀਜ਼ ਦੇ ਨੋਟ ਬਣਦੇ ਹਨ, ਤੁਸੀਂ ਦੱਸੋ ਇਹ ਪਹਿਲਾਂ ਕਾਗਜ਼ ਸਰਕਾਰ ਨੂੰ ਫਿਰ ਬਾਹਰੋਂ ਲੈਣਾ ਪੈਂਦਾ? ਹਾਂਜੀ। ਫਿਰ ਸਰਕਾਰ ਨੇ 2 ਸਾਲ ਪਹਿਲਾਂ ਸਰਕਾਰ ਨੂੰ ਕਾਗਜ਼ ਦੀ ਲੋੜ ਸੀ ਤੇ ਬਾਹਰੋਂ ਵਿਦੇਸ਼ ਚੋਂ ਲਿਆਂਦਾ ਸੀ। ਤੇ ਇੱਥੇ ਜਿਹੜਾ ਕਾਗਜ਼ ਹੁਣ ਤਿਆਰ ਕਰਨਾ ਆ, ਮੱਧ ਪ੍ਰਦੇਸ਼ ਦਾ ਬੁਰਹਾਨਪੁਰ ਜ਼ਿਲ੍ਹਾ ਤੇ ਨੇਪਾਨਗਰ ਤਹਿਸੀਲ ਆ। ਨੇਪਾਨਗਰ ਤਹਿਸੀਲ ਦੇ ਵਿੱਚ ਬਹੁਤ ਵੱਡਾ ਪਲਾਂਟ ਲੱਗਾ ਹੋਇਆ। ਉੱਥੇ ਇਸ ਕਾਗਜ਼ ਦਾ ਜਿਹੜਾ ਆ ਬਾਂਸ ਦਾ ਕਾਗਜ਼ ਬਣਦਾ। ਉਹ ਕਾਗਜ਼ ਫਿਰ ਉੱਥੋਂ ਬਣ ਕੇ ਤਿਆਰ ਹੋ ਕੇ ਤੇ ਮੱਧ ਪ੍ਰਦੇਸ਼ ਦੇ ਵਿੱਚ ਹੀ ਇੱਕ ਦੇਵਾਸ ਤਹਿਸੀਲ ਆ ਇੰਦੌਰ ਜ਼ਿਲ੍ਹੇ ਦੀ,
ਦਿਵਾਸ ਦੇ ਵਿੱਚ ਉਹ ਨੋਟ ਤਿਆਰ ਹੋ ਕੇ ਇੱਥੋਂ ਪੈਕ ਹੋ ਕੇ ਔਰ ਉਹ ਫਿਰ ਦਿੱਲੀ ਜਾਂਦਾ ਆ, ਜਿਹੜੀ ਰਿਜ਼ਰਵ ਬੈਂਕ ਆ, ਰਿਜ਼ਰਵ ਬੈਂਕ ਦੇ ਵਿੱਚ, ਰਿਜ਼ਰਵ ਬੈਂਕ ਦੇ ਵਿੱਚੋਂ ਫਿਰ ਇਹ ਨੋਟ ਜਿਹੜੇ ਸਾਰੇ ਭਾਰਤ ਦੇ ਵਿੱਚ ਜਿੰਨੀਆਂ ਬੈਂਕਾਂ ਹੁੰਦੀਆਂ ਆ, ਜਿੰਨੀਆਂ ਸੰਸਥਾਵਾਂ ਹੁੰਦੀਆਂ, ਉਹਨਾਂ ਨੂੰ ਉੱਥੋਂ ਵਿਤਰਨ ਕੀਤਾ ਜਾਂਦਾ ਆ। ਬਿਲਕੁਲ। ਸੋ ਜਿਹੜਾ ਕਾਗਜ਼ ਆ, ਕਿਉਂਕਿ ਨੋਟ ਬਣਦੇ ਤਾਂ ਕਾਗਜ਼ ਤੋਂ ਹੀ ਆ, ਤੇ ਕਾਗਜ਼ ਤੂੜੀ ਤੋਂ ਵੀ ਤਿਆਰ ਹੋ ਜਾਂਦਾ, ਕਾਗਜ਼ ਸਫੈਦਿਆਂ ਤੋਂ ਵੀ ਤਿਆਰ ਹੋ ਜਾਂਦਾ, ਪਰ ਜਿਹੜਾ ਇਹ ਸਪੈਸ਼ਲ ਕਾਗਜ਼ ਇਹ ਹੁੰਦਾ ਹੈ ਸਪੈਸ਼ਲ ਕਾਗਜ਼ ਆ, ਕਿਉਂਕਿ ਕਾਫੀ ਟਾਈਮ ਖਰਾਬ ਨਹੀਂ ਹੁੰਦਾ। ਕਾਫੀ ਟਾਈਮ ਖਰਾਬ ਦੇਖ ਲਓ ਵੀ ਜੇ ਕਿਸੇ ਨੇ ਲਾਉਣਾ ਤਾਂ ਹੈ ਤਾਂ ਕੰਮ ਸਹੀ ਆ ਯਾਰ, ਤੇ ਬੰਦਾ ਨੋਟਾਂ ਵਾਲਾ ਜਿਹੜਾ ਹੈ ਦਰਖਤੀ ਘਰੇ ਲਾਈ ਬੈਠਾ। ਬਾਪੂ ਇਹ ਤਾਂ ਨੋਟ ਬਣਦੇ ਆ, ਨੋਟ ਤੋਂ ਬਿਨਾਂ ਇਹਨਾਂ ਦਾ ਕੋਈ ਜਿਹੜਾ ਹੈਗਾ ਇੱਕ ਬਾਂਸ ਹੁੰਦਾ, ਉਹਦੇ ਕਹਿੰਦੇ ਸਰਗਾ, ਜਿਵੇਂ ਸਰਗੇ ਦੇ ਜਾਲ, ਸਰਗੇ ਤੋਂ ਵੀ ਮਜ਼ਬੂਤ ਹੁੰਦਾ ਬਾਂਸ, ਜਾਲ ਬਣਦੇ ਦੀਆਂ ਵੀਡੀਓ ਦੇਖੀਆਂ, ਗੱਲ ਸੱਚੀ ਹੈ? ਤੇ ਵੈਸੇ ਤਾਂ ਬਿਲਕੁਲ ਸਹੀ ਆ, ਸਰੀਏ ਨਾਲੋਂ ਵੀ ਜ਼ਿਆਦਾ ਇਹਦੀ ਜਿਹੜੀ ਉਮਰ ਆ। ਅੱਛਾ, ਇਹਦਾ ਹੀ ਸਰਗਾ ਬਣਦਾ? ਨਹੀਂ, ਉਹ ਇਹਦਾ ਨਹੀਂ, ਹੋਰ ਵੈਰਾਈਟੀਆਂ ਇਹਦੇ ਵਿੱਚੋਂ ਤੇ ਅਚਾਰ ਬਣਦਾ, ਮੁਰੱਬਾ ਬਣਦਾ ਆ, ਅਗਰਬੱਤੀ ਬਣਦੀ ਆ, ਹੋਰ ਵੈਰਾਈਟੀਆਂ 4-5 ਜਿਹੜੀਆਂ, ਉਹਨਾਂ ਨੂੰ ਮੈਂ ਬਾਅਦ ਦੇ ਵਿੱਚ ਉਹਦਾ ਜ਼ਿਕਰ ਕਰੂੰਗਾ। ਉਹਦਾ ਜਿਹੜਾ ਸਰੀਆ ਆ, ਇਹ ਜਿਹੜਾ ਸਰੀਆ ਆਪਾਂ ਛੱਤਾਂ ਪਾਉਨੇ ਆ, ਇਹਦੀ ਉਮਰ ਜਿਹੜੀ ਆ ਇੰਜੀਨੀਅਰ ਦੇ ਦੁਆਰਾ 90 ਸਾਲ ਮੰਨੀ ਗਈ, 100 ਵੀ ਨਹੀਂ ਪੂਰਾ। ਤੇ ਇਹ ਜਿਹੜਾ ਵਾਂਸ ਦੀ ਛੱਤ ਆ, ਉਹਦੀ ਉਮਰ ਲਗਭਗ 150 ਸਾਲ ਮੰਨੀ ਗਈ, ਮਤਲਬ ਸਰੀਏ ਨਾਲੋਂ ਵੀ ਵੱਧ ਉਮਰ ਆ ਇਹਦੀ। ਮੰਨ ਲਓ ਵੀ ਸਰਗੇ ਨਾਲੋਂ ਉਮਰ ਤਾਂ ਵੱਧ ਹੁੰਦੀ ਹੈ ਬਾਪੂ, ਮੰਨ ਲਓ ਤੁਸੀਂ ਕਹਿੰਦੇ ਹੋ, ਪਰ ਮਜ਼ਬੂਤੀ ਵੀ ਵੱਧ ਹੁੰਦੀ ਹੈ? ਹਾਂ, ਮਜ਼ਬੂਤੀ ਵੀ ਵੱਧ ਹੁੰਦੀ ਆ। ਮੰਨ ਲਓ ਜੇ ਤੁਸੀਂ, ਤੁਹਾਡਾ ਇਹ ਦਾਵਾ ਆ ਵੀ ਜੇਕਰ ਬਾਂਸ ਦੀ ਬੰਦਾ ਛੱਤ ਪਾ ਦੇ ਤੇ ਇੱਕ ਪਾਸੇ ਬੰਦਾ ਸਰਗੇ ਦਾ ਲੈਟਰ ਪਾ ਦੇ, ਇੱਕ ਪਾਸੇ ਬਾਂਸ ਦਾ ਲੈਟਰ ਪਾ ਦੇ, ਬਾਂਸ ਦਾ ਲੈਟਰ ਵੱਧ ਚੱਲੂਗਾ? ਹਾਂ, ਵੱਧ ਚੱਲੂਗਾ। ਕਿਤੇ ਐਂ ਤਾਂ ਨਹੀਂ ਹੁੰਦਾ ਵੀ ਉੱਤੋਂ ਹੀ ਤਲਾਉਂਦੇ ਨੇ? ਨਹੀਂ, ਇਸ ਤਰ੍ਹਾਂ ਮਤਲਬ ਕਿ ਇਹਦੀ ਪੂਰੀ ਪਹਿਲਾਂ ਰਿਸਰਚ ਕੀਤੀ ਜਾਂਦੀ ਆ, ਰਿਸਰਚ ਤੋਂ ਬਾਅਦ ਦੇ ਵਿੱਚ ਫਿਰ ਦਾਵਾ ਕੀਤਾ ਜਾਂਦਾ, ਕਿਉਂਕਿ ਇਹ ਗਵਰਨਮੈਂਟ ਦਾ, ਇਹ ਕੋਈ ਵਿਅਕਤੀਗਤ ਜਾਂ ਪ੍ਰਾਈਵੇਟ ਨਹੀਂ ਆ ਵੀ ਉਹ ਆਪਣੀ ਮਸ਼ਹੂਰੀ ਕਰਕੇ ਤੇ ਪੈਸਾ ਕਮਾਉਣ ਦਾ ਉਦੇਸ਼ ਹੁੰਦਾ। ਸਰਕਾਰਾਂ ਦੇ ਉਦੇਸ਼ ਇਹ ਹੁੰਦੇ ਵੀ ਉਹ ਕੰਮ ਸਸਤਾ ਵੀ ਹੋਵੇ ਤੇ ਟਿਕਾਊ ਵੀ ਹੋਵੇ। ਟਿਕਾਊ ਵੀ ਹੋਵੇ। ਇਹ ਸਭ ਤੋਂ ਬਾਂਸ ਦੀਆਂ ਕੁੱਲ ਵੈਰਾਈਟੀਆਂ ਫਿਰ ਜਿਹੜਾ ਹੈਗਾ, ਜਿਹੜਾ ਇੱਕ ਬਾਂਸ ਆ ਜਿਹਦਾ ਤੁਸੀਂ ਦੱਸਿਆ ਵੀ ਮੁਰੱਬਾ ਬਣਦਾ ਹੈ ਨਾ, ਹਰ ਬਾਂਸ ਖਾਦਾ ਵੀ ਨਹੀਂ ਜਾ ਸਕਦਾ? ਨਹੀਂ, ਹਰ ਬਾਂਸ ਨਹੀਂ, ਉਹਦੇ ਅੱਡ ਉਹਦੇ ਪ੍ਰੋਡਕਟ ਬਣਨੇ ਆ, ਉਹਦਾ ਅੱਡ ਉਹਦੇ ਵਿੱਚ ਵਿਸ਼ੇਸ਼ਤਾਵਾਂ ਹੁੰਦੀਆਂ। ਕੁਝ ਬਾਂਸ ਆ ਜਿਹਦਾ ਫਰਨੀਚਰ ਬਣਦਾ ਆ, ਬਹੁਤ ਵੱਡੀਆਂ ਤੁਸੀਂ ਹੋਟਲਾਂ 'ਚ ਦੇਖਿਆ ਹੋਊਗਾ, ਉਹ ਫਰਨੀਚਰ ਜਿਹੜਾ ਬਾਂਸ ਦਾ ਬਣਦਾ ਆ। ਕੁਝ ਬਾਂਸ ਸਧਾਰਨ ਬਾਂਸ ਆ ਜਿਹਦਾ ਚੇਲੀ ਬੱਲੀਆਂ ਬਣਦੀਆਂ ਨੇ, ਹੋਰ ਆਮ ਜ਼ਿਮੀਂਦਾਰ ਵਰਤੋਂ 'ਚ ਲੈਂਦੇ ਨੇ। ਕੁਝ ਬਾਂਸ ਇਹੋ ਜਿਹੇ ਨੇ ਕਿ ਜਿਨ੍ਹਾਂ ਦੇ ਪ੍ਰੋਡਕਟ ਅਗਰਬੱਤੀ ਵਗੈਰਾ, ਮੁਰੱਬਾ, ਚਾਰ ਤੇ ਵਗੈਰਾ ਬਣਦੇ ਨੇ। ਕੁੱਲ ਮਿਲਾ ਕੇ ਜਿਹੜਾ ਇਹਨੂੰ ਬੈਂਬੂ ਮਿਸ਼ਨ ਦੇ ਵਿੱਚ ਸਰਕਾਰ ਨੇ ਲਿਆ, ਕੇਂਦਰ ਸਰਕਾਰ ਨੇ ਇਸੇ ਹੀ ਕਰਕੇ ਲਿਆ ਵੀ ਇਹਦੇ ਨਾਲ ਜ਼ਮੀਨ ਦੀ, ਜਿਹੜੀ ਜ਼ਮੀਂਦਾਰ ਦੀ ਆਮਦਨ ਵੀ ਵਧੇ ਤੇ ਸਾਡੇ ਦੇਸ਼ ਦੀ ਪੂਰਤੀ ਵੀ ਹੋਵੇ। ਕਿੰਨੇ ਦਾ ਬੂਟਾ ਪੈਂਦਾ ਜੀ ਤੁਹਾਨੂੰ? ਇਹ ਜੀ ਸਾਨੂੰ ਗਵਰਨਮੈਂਟ ਦਾ ਜਿਹੜਾ ਰੇਟ ਆ ਉਹ 30 ਰੁਪਏ ਆ, ਤੇ 30 ਰੁਪਏ ਤੋਂ ਲੈ ਕੇ 35 ਰੁਪਏ ਤੱਕ ਅਸੀਂ ਵੇਚ ਸਕਦੇ ਹਾਂ। ਉਹ ਦੂਰੀ ਉੱਤੇ ਡਿਪੈਂਡ ਕਰਦਾ, ਜਿੰਨੀ ਦੂਰੀ ਵੱਧਦੀ ਜਾਂ ਟਰਾਂਸਪੋਰਟ ਖਰਚਾ, ਬਸ ਟਰਾਂਸਪੋਰਟ ਖਰਚਾ ਲੱਗਣਾ। ਰੇਟ ਪੂਰੇ ਮੱਧ ਪ੍ਰਦੇਸ਼ ਸੇਮ ਆ, 30 ਰੁਪਏ। ਇਹ ਇੱਕ ਗੱਲ ਬਹੁਤ ਇਹ ਵੀ ਇੰਪੋਰਟੈਂਟ ਆ ਵੀ ਇਹ ਜਿਹੜੀ ਬੈਂਬੂ ਤੁਸੀਂ ਮਿਸ਼ਨ ਦੱਸਦੇ ਹੋ, ਇਹ ਕੇਂਦਰ ਦਾ ਜਾਂ ਸਟੇਟ ਦਾ? ਨਹੀਂ, ਕੇਂਦਰ ਦਾ। ਇਹਦਾ ਮਤਲਬ ਜੇ ਕੇਂਦਰ ਸਰਕਾਰ ਦਾ ਜੇ ਬੈਂਬੂ ਮਿਸ਼ਨ ਹੈ, ਇਹਦਾ ਫਾਇਦਾ ਪੰਜਾਬ ਜਾਂ ਹਰਿਆਣਾ, ਰਾਜਸਥਾਨ ਨੂੰ ਵੀ ਪੂਰੇ ਦੇਸ਼ ਨੂੰ। ਉਹਦੇ ਵਿੱਚ ਹੁਣ ਜਿਹੜੇ ਮੰਨ ਲਓ ਮੇਰੇ ਵਰਗੇ ਨੇ ਜਾਂ ਬੜੇ ਲੋਕ ਦੇਖਦੇ, ਕਿਸੇ ਨੇ ਮੰਨ ਲਾ ਲੱਗਦਾ, ਇਹਦਾ ਟੈਂਪਰੇਚਰ ਵਗੈਰਾ ਪਹਿਲਾਂ ਦੱਸੋ ਸੱਚ, ਇਹ ਹੁੰਦਾ ਕਿਵੇਂ? ਉਦੋਂ ਬਾਅਦ ਮੈਂ ਹਾਂਜੀ, ਵੇਖੋ ਜੀ, ਆਪਣੇ ਇੱਥੇ ਟੈਂਪਰੇਚਰ ਆ ਜਿਹੜਾ 5 ਡਿਗਰੀ ਤੋਂ ਲੈ ਕੇ ਤੇ 50 ਡਿਗਰੀ ਤੱਕ ਆਮ ਰਹਿੰਦਾ ਆ, ਜਿਹੜਾ 42, 43, 44 ਸਾਡੇ ਇੱਥੇ ਮੱਧ ਪ੍ਰਦੇਸ਼ ਦੀ ਮੈਂ ਗੱਲ ਕਰਨ ਡਿਆ। ਭਾਰਤ 'ਚ ਵੀ ਲਗਭਗ ਪੂਰੇ ਭਾਰਤ ਦੇ ਵਿੱਚ ਹੀ ਰਹਿੰਦਾ ਆ। ਇਹਦਾ ਟੈਂਪਰੇਚਰ ਦੇ ਨਾਲ ਕੋਈ ਸੰਬੰਧ ਨਹੀਂ ਆ, ਟੈਂਪਰੇਚਰ ਵੱਧ ਹੋਵੇ ਘੱਟ ਹੋਵੇ, ਸਿਰਫ ਸਵਾਲ ਇਸ ਗੱਲ ਦਾ ਵੀ ਇਹਨੂੰ ਥੋੜੀ ਜਿਹੀ ਮਿੱਟੀ ਟਾਈਟ ਹੋਵੇ ਤੇ ਪਾਣੀ ਦਾ ਇੰਤਜ਼ਾਮ ਹੋਵੇ। ਮਿੱਟੀ ਕਾਲੀ ਹੋਵੇ, ਪੀਲੀ ਹੋਵੇ, ਦੁਮਟ ਹੋਵੇ, ਜਿਸ ਤਰ੍ਹਾਂ ਦੀ ਵੀ ਮਿੱਟੀ ਹੋਵੇ, ਇਹ ਹਰ ਮਿੱਟੀ ਦੇ ਵਿੱਚ ਜਿਹੜਾ ਆ ਆਪਣੀ ਜੜ ਫੜ ਲੈਂਦਾ ਆ। ਠੀਕ ਹੈ। ਹਾਂ, ਸਿਰਫ ਇਹ ਵੀ ਜਿਵੇਂ ਬਹੁਤੀ ਪੋਲੀ ਮਿੱਟੀ ਰਾਜਸਥਾਨ ਰੇਗਿਸਤਾਨ ਆ, ਤੇ ਰੇਗਿਸਤਾਨ ਦੇ ਵਿੱਚ ਫਿਰ ਇਹਦੀਆਂ ਜੜਾਂ ਆਪਾਂ ਕਹਿੰਦੇ ਲਾਲ ਮਿੱਟੀ ਜਿਵੇਂ ਖੇਤਾਂ 'ਚ ਹੁੰਦੀ ਹੈ। ਹਾਂਜੀ, ਲਾਲ ਮਿੱਟੀ ਬਹੁਤ ਸੋਹਣੀ ਇਹਦੇ ਵਾਸਤੇ ਉਪਜਾਊ। ਪਾਣੀ ਕਿੰਨਾ ਕੁ ਲੋੜ ਹੈ? ਪਾਣੀ ਬਹੁਤੇ ਦੀ ਨਹੀਂ, ਜਿਵੇਂ ਕਣਕ ਨੂੰ ਆਪਾਂ 72 ਸਿਰ ਪਾਣੀ ਦਿੰਨੇ ਆ, ਉਹਦਾ ਨਾ ਵੀ ਦੋਗੇ ਤਾਂ ਵੀ ਨਹੀਂ ਮਰਦਾ। ਸਿਰਫ ਉਹ ਪਾਣੀ ਦੇਣ ਦਾ ਮਤਲਬ ਇਹ ਆ ਵੀ ਬਰਾਬਰ ਜਿਹੜੀ ਖੁਰਾਕ ਮਿਲੂਗੀ ਤੇ ਪੇੜ ਆਪਣੀ ਗਰੋਥ ਕਰਦਾ ਜਾਊਗਾ। ਜੇ ਆਪਾਂ ਘੱਟ ਖੁਰਾਕ ਦੇਵਾਂਗੇ ਤਾਂ ਘੱਟ ਗਰੋਥ ਕਰੂਗਾ। ਤੇ ਆਪਣਾ ਮਕਸਦ ਤੇ ਆ ਖੇਤੀ ਦਾ, ਤੇ ਖੇਤੀ ਦੀ ਤੇ ਦੇਖਭਾਲ ਕਰਾਂਗੇ ਤਾਂ ਹੀ ਵੱਧ ਉਹਦਾ ਫਾਇਦਾ ਮਿਲੂਗਾ ਨਾ। ਇੱਕ ਕਿੱਲੇ 'ਚ ਕਿੰਨੇ ਲੱਗ ਜਾਂਦੇ? ਇਹ ਜੀ ਕਿੱਲੇ ਦੇ ਵਿੱਚ 1000 ਬਾਂਸ ਤੱਕ ਲੱਗ ਜਾਂਦੇ ਆ। ਵੈਸੇ ਵਧੀਆ ਤਰੀਕੇ ਨਾਲ ਲਾਈਏ ਤੇ 800-900, ਪਰ ਜ਼ਿਮੀਂਦਾਰ 1000 ਵੀ ਲਾ ਦਿੰਦੇ। 1000 ਦਾ ਕਾਰਨ ਇਹ ਆ ਵੀ ਜਿਹੜਾ ਸਾਈਡਾਂ ਤੇ ਲਾਉਣਾ ਆ ਉਹ ਥੋੜਾ ਸੰਘਣਾ ਲਾਉਂਦੇ, ਜਿਹਦੇ ਨਾਲ ਸਾਡੇ ਖੇਤ ਦੀ ਸੇਫਟੀ ਵੀ ਹੋ ਜਾਵੇ। ਉਹਨੇ ਫਿਰ ਇੱਕ ਕੰਧ ਵਰਗੂ ਕੰਧ ਬਣਾ ਲੈਣੀ ਆ, ਤਾਰ ਫੈਂਸ਼ਨ ਕਰਨ ਦੀ ਲੋੜ ਨਹੀਂ ਆ। ਜਿਹੜੇ ਵਿੱਚ ਲਾਈਨਾਂ ਲੱਗਣੀਆਂ, ਉਹ ਲਾਈਨ ਤੋਂ ਲਾਈਨ ਦੀ ਦੂਰੀ 10 ਫੁੱਟ ਹੋਣੀ ਚਾਹੀਦੀ ਆ। 10 ਤੇ ਜਦੋਂ ਮੰਨ ਲਓ ਵੀ 4 ਸਾਲਾਂ ਬਾਅਦ ਤੁਸੀਂ ਕਹਿੰਦੇ ਵੀ 4 ਸਾਲਾਂ ਬਾਅਦ ਇਹ ਵੱਢਣਾ ਸ਼ੁਰੂ ਹੋ ਜਾਂਦਾ, ਹਰ ਸਾਲ ਪੈਸੇ ਦੇਣੇ? ਹਰ ਸਾਲ ਪੈਸੇ ਦੇ। ਇੱਕ ਕਿੱਲੇ ਦੇ ਕਿੰਨੇ ਰੁਪਏ ਜਿਹੜਾ ਹੈ ਕਮਾ ਸਕਦਾ ਬੰਦਾ? ਇਹਦੀ ਵੇਖੋ, ਜਿਹੜਾ ਵਾਂਸ ਉਹਦੇ ਮਾਰਕੀਟ ਦੇ ਉੱਤੇ ਡਿਪੈਂਡ ਕਰਦਾ। ਜਿਹੜਾ ਗਵਰਨਮੈਂਟ ਦਾ ਰੇਟ ਆ ਉਹ ਤੇ ਫਿਕਸ ਰਹਿਣਾ ਆ। ਕਿੰਨਾ
ਉਹ ਗਵਰਨਮੈਂਟ ਦਾ ਕਾਊਂਟਰਾਂ ਦੇ ਹਿਸਾਬ ਨਾਲ ਆ, ਮੇਰਾ ਖਿਆਲ ਕੋਈ 500 550 ਰੁਪਇਆ ਕੁਆਂਟਲ ਦਾ ਰੇਟ ਆ। ਤੇ 1 ਕਿੱਲੇ 'ਚੋਂ ਕਿੰਨਾ ਕੁਆਂਟਲ ਹੋ ਜਾਂਦਾ ਹੈ? ਇਹ ਕੁਆਂਟਲ ਤੇ ਸਮਝ ਲਓ ਭਈ ਉਹਦੇ ਉੱਤੇ ਦੇਖਭਾਲ ਦੇ ਉੱਤੇ ਆ ਜ਼ਿਮੀਂਦਾਰ ਦੇ। ਤੇ ਐ ਮੋਟਾ ਜਿਹੜਾ ਅੱਜ ਦੀ ਆਪਾਂ ਮੂਲਿਆਂਕਨ ਕਰੀਏ ਤੇ ਕਿੱਲੇ ਦੇ ਵਿੱਚੋਂ ਆਪਾਂ ਨੂੰ 2 ਲੱਖ ਰੁਪਈਆ ਸਾਲ ਦਾ ਬੜੀ ਆਸਾਨੀ ਨਾਲ ਮਿਲ ਜਾਊਗਾ। ਇਹਦਾ ਜੇ ਲਾਵਾਂਗੇ ਤਾਂ ਹਰ ਸਾਲ ਜਿਹੜਾ ਹੈਗਾ 2 ਲੱਖ ਰੁਪਈਆ ਕਿੱਲੇ ਦੇ ਵਿੱਚੋਂ ਮਿਲਦਾ ਰਹਿੰਦਾ। ਕਿੱਲੇ ਦੇ ਵਿੱਚੋਂ ਮਿਲ ਜਾਊਗਾ ਪਹਿਲੇ ਸਾਲ ਘੱਟ ਵਾਂਸ ਮਿਲਣੇ ਆ ਨਾ। ਜਦੋਂ ਪੇੜ ਆਪਣੀਆਂ ਪੂਰਾ ਸਟੈਂਡ ਲੈ ਗਿਆ ਉਦੋਂ ਤੇ ਫਿਰ ਇਹਨੇ ਵੱਧ ਹੀ ਜਾਣਾ, ਇਹਦਾ ਰੇਟ ਜਿਹੜਾ ਆ ਵੇਟ ਉਹ ਵੱਧਦਾ ਜਾਣਾ। ਤੁਸੀਂ ਮੈਂ ਮੋਟੇ ਤੌਰ ਤੇ ਮੰਨਾਂ ਵੀ 2 ਤੋਂ 20 ਲੱਖ ਤੱਕ ਵੀ ਜਾ ਸਕਦਾ। ਹਾਂ ਜਾ ਸਕਦਾ, ਕਿਉਂਕਿ ਪਹਿਲੇ ਸਾਲ ਇਹਨੇ ਆਪਾਂ ਨੂੰ 2 3 4 ਪੇੜ ਦੇਣੇ ਆ। ਉਹਦੇ ਤੋਂ ਬਾਅਦ ਦੇ ਵਿੱਚ ਫਿਰ ਇਹਦੇ ਤੋਂ ਆਪਾਂ ਨੂੰ 6 ਪੇੜ ਵੀ ਮਿਲ ਸਕਦੇ, 8 ਵੀ ਮਿਲ ਸਕਦੇ ਜਿਹੜੇ ਕੱਟਣ ਲਾਇਕ। ਪੇੜ ਤੋਂ ਉਹਦੇ ਵਿੱਚ ਘੱਟ ਤੋਂ ਘੱਟ 50 ਹੋਣੇ ਆ, ਪਰ ਜਿਹੜੇ ਕੱਟਣ ਯੋਗ ਪੇੜ ਨੇ ਆਪਾਂ ਨੂੰ ਜਿਨ੍ਹਾਂ ਨੇ ਫਾਇਦਾ ਦੇਣਾ ਉਹ ਵਿੱਚੋਂ 4-5 ਪੇੜ ਆਪਾਂ ਕੱਟ ਸਕਦੇ ਆ, ਵੱਡੇ ਜਿਹੜੇ ਲੰਮੇ 50 ਫੁੱਟ 40 ਫੁੱਟ ਲੰਮੇ। ਤੇ ਕੋਈ ਤੁਹਾਨੂੰ ਪਤਾ ਵੀ ਜੇਕਰ ਸੈਂਟਰ ਸਰਕਾਰ ਦੀਆਂ ਜੇ ਕੋਈ ਬੰਦਾ ਖਾਸ ਕਰਕੇ ਨਰਸਰੀ ਉੱਪਰ ਦੀ ਸਕੀਮਾਂ ਲੈਣਾ ਚਾਹੁੰਦਾ ਹੈ ਨਾ, ਕੋਈ ਆਪਦਾ ਜੰਗਲ ਵਗੈਰਾ ਲਾਉਣਾ ਚਾਹੀਦਾ, ਉਹਨੂੰ ਕਿਹੜੇ ਮੰਤਰਾਲੇ ਨਾਲ ਜਾਂ ਕਿਹੜੇ ਅਫਸਰ ਨਾਲ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ? ਕੋਈ ਇਹਦੇ 2 ਵਿਭਾਗ ਹੁੰਦੇ ਨੇ। ਇੱਕ ਤੇ ਵਿਭਾਗ ਹੁੰਦਾ ਆ ਜਿਹਨੂੰ ਹਾਰਟੀਕਲਚਰ ਆਂਦੇ ਆ, ਉਦਿਆਨਕੀ ਵੀ ਆਂਦੇ ਆ। ਉਦਿਆਨਕੀ ਦੇ ਵਿੱਚ ਤੇ ਆ ਗਿਆ ਕੱਲਾ ਫਲ ਵਾਲੇ ਤੇ ਫੁੱਲ ਵਾਲੇ, ਤੇ ਹਾਰਟੀਕਲਚਰ ਦੇ ਵਿੱਚ ਸਾਰੇ ਆ ਗਏ। ਤੇ ਆਪਾਂ ਹਾਰਟੀਕਲਚਰ ਦੇ ਵਿੱਚ ਇਹਦੀ ਅਪਲਾਈ ਕਰਨੀ ਆ ਨਰਸਰੀ ਦੀ, ਤੇ ਨਰਸਰੀ ਤੋਂ ਉੱਥੋਂ ਆਪਾਂ ਨੂੰ ਉਹਦਾ ਜਿਹੜਾ ਆ ਉਹਨਾਂ ਰਜਿਸਟ੍ਰੇਸ਼ਨ ਕਰ ਦੇਣਾ, ਪੰਜੀਅਨ ਕਰ ਦੇਣਾ ਆ। ਤੇ ਨਰਸਰੀ ਦੇ ਵਿੱਚ ਆਪਾਂ ਜਿਹੜੇ ਪੇੜ ਉਗਾਉਣੇ ਆ ਉਹ ਨਰਸਰੀ ਜਿਹੜੀ ਆਪਣੀ ਰੋਡ ਦੇ ਉੱਤੇ ਹੋਣੀ ਚਾਹੀਦੀ ਆ, ਜ਼ਮੀਨ ਆਪਣੀ ਖਾਤੇ ਦੀ ਹੋਣੀ ਚਾਹੀਦੀ ਆ। ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਨਿਯਮ ਆ ਉਹ ਨਿਯਮ ਨਰਸਰੀ ਵਾਸਤੇ ਆ। ਨਰਸਰੀ ਵਾਸਤੇ ਜੇਕਰ ਬੰਦੇ ਨੇ ਕਿਸੇ ਨੇ ਵੇਚਾਂ ਆਪਦੇ ਖੇਤ ਚਲਾਉਣੇ ਹੁੰਦੇ ਉਹਨੂੰ, ਹਾਂ ਖੇਤ ਚਲਾਉਣੇ ਤੋਂ ਫਿਰ ਸਰਕਾਰ ਦੀਆਂ ਸਕੀਮਾਂ ਦੇ ਤਹਿਤ ਉਹ ਆਪਣੀ ਲਾਭ ਲੈ ਸਕਦਾ। ਉਹਨੂੰ ਇਹ ਜਿਹੜਾ ਵਾਂਸ ਆ ਇਹ ਜੰਗਲਾਤ ਮਹਿਕਮੇ ਨਾਲ ਸੰਬੰਧ ਕਰਨਾ ਪਊਗਾ, ਤੇ ਜੰਗਲਾਤ ਮਹਿਕਮਾ ਇੱਕ ਤੁਹਾਨੂੰ ਫਾਰਮ ਦਊਗਾ, ਫਾਰਮ ਭਰ ਕੇ ਤੁਸੀਂ ਦੇ ਦੇਣਾ, ਆਨਲਾਈਨ ਹੋ ਜਾਣਾ ਆ। ਆਨਲਾਈਨ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਪਾਤਰਤਾ 'ਚ ਆ ਗਏ ਪੇੜ ਜਿੱਥੋਂ ਵੀ ਤੁਹਾਨੂੰ ਉਪਲਬਧ ਹੋ ਸਕਦੇ ਲਾ ਸਕਦੇ ਜੇ, ਤੇ ਸਬਸਿਡੀ ਸਰਕਾਰ ਨੇ 3 ਕਿਸ਼ਤਾਂ ਵਿੱਚ ਤੁਹਾਡੇ ਖਾਤੇ ਦੇ ਵਿੱਚ ਪਾਈ ਜਾਣੀ ਆ। ਕੋਈ ਇਹਦੇ ਵਿੱਚ ਭ੍ਰਿਸ਼ਟਾਚਾਰੀ ਨਹੀਂ ਹੈਗੀ, ਕੋਈ ਬਹੁਤੀ ਭੱਜ ਨੱਠ ਨਹੀਂ ਹੈਗੀ। ਤੁਸੀਂ ਕਹਿੰਦੇ 30 ਦਾ ਬੂਟਾ ਆਉਂਦਾ ਤੇ 120 ਰੁਪਏ ਸਰਕਾਰ ਨੇ ਦੇਣੇ। ਹਾਂ 120 ਰੁਪਏ ਸਰਕਾਰ, ਲਗਭਗ 3 ਗੁਣਾ ਵੱਧ ਪੈਸੇ ਆ ਜਾਂਦੇ। 3 ਗੁਣਾ ਵੱਧ ਪੈਸੇ। ਇਹਦਾ ਮਤਲਬ ਕਿ ਵੀ ਸਾਰੀ ਲਾਗਤ ਵੀ ਦੇ ਦਿੰਦੀ ਹੈ, ਲਾਗਤ ਵੀ ਦੇ ਦਿੰਦੇ ਆ, ਸਾਰਾ ਉਹਦਾ ਦੇਖਭਾਲ ਜਿਹੜੀ ਆ ਉਹ ਇੱਕੇ ਵਾਰ ਨਹੀਂ ਲੈਣੀ, ਉਹਨਾਂ ਨੇ 3 ਕਿਸ਼ਤਾਂ 'ਚ ਦੇਣੇ ਆ 120 ਰੁਪਏ। 3 ਕਿਸ਼ਤਾਂ 'ਚ ਪੇੜ ਜੀਵਤ ਰਹਿਣ ਦੇ ਉੱਤੇ। ਅੱਜ ਪੇੜ ਲਾਤਾ 100 ਪੇੜ ਲਾਇਆ, 100 ਪੇੜ ਦੇ ਵਿੱਚ 80 ਪੇੜ ਜੀਵਤ ਹੋਣੇ ਚਾਹੀਦੇ, ਤਾਂ ਹੀ ਸਬਸਿਡੀ ਦੀ ਪਾਤਰਤਾ ਰੱਖੋਗੇ ਤੁਸੀਂ। ਨਹੀਂ ਵੈਸੇ ਨਹੀਂ ਗਾ। ਠੀਕ ਹੈ। ਸੋ ਜਿਹੜਾ ਹੈਗਾ ਧੰਨਵਾਦ ਜੀ, ਤੁਸੀਂ ਬਹੁਤ ਜਿਹੜਾ ਹੈਗਾ ਜ਼ਿਆਦਾ ਜਾਣਕਾਰੀ ਦਿੱਤੀ ਇਹਦੇ ਬਾਰੇ। ਹੋਰ ਵੀ ਆਪਾਂ ਅੱਡ ਜਿਹੜਾ ਹੈਗਾ ਵੈਰਾਈਟੀਆਂ 'ਤੇ ਗੱਲ ਕਰਾਂਗੇ। ਹੋਰ ਮੰਨ ਲਓ ਬਾਂਸ ਤੋਂ ਬਿਨਾਂ ਇਹਨਾਂ ਨਾਲ ਗੱਲ ਕਰਾਂਗੇ ਆਪਾਂ ਚੰਦਨ ਦੀ ਜਾਂ ਹੋਰ ਰੁੱਖਾਂ ਦੀ, ਹੈ ਨਾ। ਸੋ ਬੇਸਿਕਲੀ ਸਭ ਤੋਂ ਵੱਡੀ ਕਿਉਰਿਓਸਿਟੀ ਹੈ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਯਾਰ ਆਹ ਚੀਜ਼ ਦਾ ਜਿਹੜਾ ਹੈਗਾ ਕਾਗਜ਼ ਬਣਦਾ ਹੈ ਨਾ, ਸਭ ਤੋਂ ਵੱਡੀ ਗੱਲ ਹੈ। ਤੇ ਕਾਗਜ਼ ਵੀ ਉਹ ਜਿਹੜਾ ਨੋਟ ਬਣਦੇ ਆ। ਸੋ ਇਹ ਆਪਾਂ ਕਹਿੰਦੇ ਨੋਟ ਹੈ ਰੱਖੇ ਹੋਏ ਅੱਜ ਹਰੇ ਦਿੰਦੇ ਆ, ਤੇ 4 ਸਾਲਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਕੈਸ਼ ਹੋ ਜਾਣਾ। ਸੋ ਇਹ ਭਾਰਤ ਸਰਕਾਰ ਦਾ ਇੱਕ ਪ੍ਰੋਜੈਕਟ ਹੈ ਜਿਹਦੇ ਥਰੂ ਜਿਹੜਾ ਨੋਟਾਂ ਵਾਲਾ ਕਾਗਜ਼, ਤੁਸੀਂ ਪਹਿਲਾਂ ਖਬਰਾਂ ਵੀ ਸੁਣਿਆ ਕਿ ਨੋਟ ਬਣਾਉਣ ਵਾਸਤੇ ਕਾਗਜ਼ ਜਿਹੜਾ ਬਾਹਰੋਂ ਮੰਗਾਉਣਾ ਪੈ ਰਿਹਾ ਸੀ ਸਰਕਾਰ ਨੂੰ, ਹੈ ਨਾ। ਤਾਂ ਹੁਣ ਸਰਕਾਰ ਨੇ ਇਹ ਸਕੀਮ ਕੀਤੀ ਹੈ ਕਿ ਯਾਰ ਵੀ ਆਪਦੇ ਦੇਸ਼ ਦੇ ਵਿੱਚ ਹੀ ਜਿਹੜਾ ਹੈਗਾ ਉਹ ਪ੍ਰਾਪਤ ਮਾਤਰਾ ਦੇ ਵਿੱਚ ਕਾਗਜ਼ ਬਣਾਇਆ ਜਾਵੇ। ਸੋ ਤੁਹਾਨੂੰ ਹੋਰ ਜਾਣਕਾਰੀਆਂ ਜਿਹੜੀਆਂ ਖਾਸ ਕਰਕੇ ਅਲੱਗ-ਅਲੱਗ ਫਸਲਾਂ ਸੰਬੰਧੀ ਤੇ ਕਿਸਾਨੀ ਸੰਬੰਧੀ ਦਿੰਦਾ ਰਹੂੰਗਾ। ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।